ਵੀ ਚੈਰਿਟੀ ਦੀ ਕੰਟਰੋਵਰਸੀ ਹੈ, ਇਹ ਰੋਜ਼ ਇਹ ਖੂਹ ਹੋਰ ਡੂੰਘਾ ਹੋਈ ਜਾਂਦਾ, ਖਲਾਰਾ ਪਈ ਜਾਂਦਾ। ਹੁਣ ਕੱਲ੍ਹ ਫਾਈਨੈਂਸ ਮਿਨਿਸਟਰ ਬਿਲ ਮੋਰਨੋ, ਫੈਡਰਲ ਫਾਈਨੈਂਸ ਮਿਨਿਸਟਰ, ਉਹਨਾਂ ਦੀ ਪੇਸ਼ੀ ਸੀ ਫਾਈਨੈਂਸ ਕਮੇਟੀ ਦੇ ਮੂਹਰੇ, ਅਤੇ ਜਦੋਂ ਉਹਨਾਂ ਨੇ ਆਉਂਦੇ ਸਾਰ ਜਿਹੜੀ ਗੱਲ ਦਾ ਖੁਲਾਸਾ ਕੀਤਾ, ਉਸ ਤੋਂ ਬਾਅਦ ਇਹ ਹੋਇਆ ਵੀ ਹੈ ਇੱਕ ਮਿੰਟ ਪਹਿਲਾਂ ਸੁਣ ਕੇ ਨਾ ਯਕੀਨ ਜਿਹਾ ਨਹੀਂ ਆਇਆ। ਉਹ ਕਹਿੰਦੇ ਮੈਂ $41,366 ਵਾਪਸ ਕਰ ਦਿੱਤੇ ਨੇ ਵੀ ਚੈਰਿਟੀ ਨੂੰ, ਕਿਉਂਕਿ ਅਸੀਂ 2017 ਦੇ ਵਿੱਚ ਇੱਕ ਟ੍ਰਿਪ ਲਾਇਆ ਸੀ ਕੀਨੀਆ ਦਾ, ਇੱਕ ਲਾਇਆ ਸੀ ਐਕਵਾਡੋਰ ਦਾ। ਸੋ 2 ਟ੍ਰਿਪ ਸੀ। ਕਹਿੰਦੇ 2 ਟ੍ਰਿਪਸ ਤੇ $52,000 ਦੀ ਇੱਕ ਪੇਮੈਂਟ ਤੇ ਉਹ ਸੀ ਜਿਹੜੀ ਅਸੀਂ ਕਰਤੀ ਸੀ। ਕਹਿੰਦੇ ਪਰ ਉਹਨਾਂ ਟ੍ਰਿਪਸ ਦੇ ਵਿੱਚ ਹੀ ਇੱਕ ਉਹਦਾ ਸੈਕਸ਼ਨ ਸੀ ਜਿਹੜਾ ਵੀ ਚੈਰਿਟੀ ਨਾਲ ਸੰਬੰਧਿਤ ਸੀ। ਕਹਿੰਦੇ ਉਹਦੇ ਫਿਰ ਮੈਨੂੰ ਬਿੱਲ ਨਹੀਂ ਮਿਲੇ। ਮੈਨੂੰ ਹੁਣੇ ਧਿਆਨ ਆਇਆ ਜਦੋਂ ਅਸੀਂ ਦੇਖ ਰਹੇ ਸੀ, ਪੜਚੋਲ ਕਰ ਰਹੇ ਸੀ। ਕਹਿੰਦੇ ਫਿਰ ਮੈਂ ਆਪਣੇ ਸਟਾਫ ਨੂੰ ਕਿਹਾ ਪਤਾ ਕਰੋ। ਵੀ ਚੈਰਿਟੀ ਵਾਲਿਆਂ ਨੇ ਕਿਹਾ ਹਾਂ ਵੀ ਅਸੀਂ ਤੁਹਾਡੇ ਬਿਨਾਂ ਤੇ $41,366 ਪੇ ਕੀਤੇ ਸੀ। ਕਹਿੰਦੇ ਸੋ ਮੈਂ ਅੱਜ ਆਉਣ ਤੋਂ ਪਹਿਲਾਂ ਉਹ ਚੈੱਕ ਕੱਟ ਕੇ ਆ ਗਿਆ। ਸੋ ਵਿਜੇ ਥੋੜ੍ਹੀ ਦੇਰ ਪਹਿਲਾਂ ਨਾ ਕੰਜ਼ਰਵੇਟਿਵ ਕ੍ਰਿਟਿਕ ਜਿਹੜੇ ਹੈਗੇ ਪੀਅਰ ਪੋਲੀਵੇ ਜੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਉਹ ਕਹਿੰਦੇ ਕਿ $41,000 ਤਕਰੀਬਨ ਇੱਕ ਐਵਰੇਜ ਕੈਨੇਡੀਅਨ ਦੀ ਐਨੂਅਲ ਸੈਲਰੀ ਹੁੰਦੀ ਹੈ। ਦੈਟਸ ਟਰੂ। ਕਹਿੰਦੇ ਕਿ ਜੇ ਸਾਡੇ ਨਾ ਕੋਈ ਅਸੀਂ ਹੋਟਲ ਦੇ ਕਿਤੇ ਜਾਈਏ, ਸਟੇ ਕਰੀਏ ਓਵਰਨਾਈਟ, ਅਤੇ ਸਾਡੇ ਰੂਮ ਸਰਵਿਸ ਬਿੱਲ ਦੇ ਵਿੱਚ $41 ਵੀ ਉੱਪਰ ਥੱਲੇ ਹੋ ਜਾਣ ਤਾਂ ਵੀ ਕਹਿੰਦੇ ਸਾਨੂੰ ਪਤਾ ਹੁੰਦਾ, ਇੱਕ ਐਵਰੇਜ ਕੈਨੇਡੀਅਨ ਨੂੰ ਪਤਾ ਹੁੰਦਾ ਵੀ ਯਾਰ $41 ਵੱਧ ਕਿਵੇਂ ਲੱਗ ਗਏ ਜਾਂ ਘੱਟ ਕਿਵੇਂ ਲੱਗ ਗਏ ਜਾਂ ਮਿਸ ਹੋ ਗਏ। ਕਹਿੰਦੇ ਕਿ ਫਾਈਨੈਂਸ ਮਿਨਿਸਟਰ ਕਹਿ ਰਿਹਾ ਕਿ $41,000 ਜੀ ਉਹਨਾਂ ਨੂੰ ਪਤਾ ਹੀ ਨਹੀਂ ਸੀ। ਕਹਿੰਦੇ ਕਿ ਉਹ ਲਗਜ਼ਰੀ ਦੇ ਵਿੱਚ ਉੱਥੇ ਜਾ ਕੇ ਰਹੇ। ਕਹਿੰਦੇ ਪਹਿਲੀ ਗੱਲ ਤਾਂ ਇਹ, ਕਹਿੰਦੇ ਤੁਸੀਂ 2 ਟ੍ਰਿਪ ਲਾਏ, $41,000 ਤੇ ਰਿਹਾ, ਤੁਸੀਂ ਕਹਿ ਰਹੇ 52 ਤੁਸੀਂ ਆਪ ਪੇ ਕੀਤਾ। ਇਹ 2 ਟ੍ਰਿਪਸ ਦੇ ਵਿੱਚ, ਕਿਉਂਕਿ ਇੱਕ ਟ੍ਰਿਪ 'ਚ ਇਹ ਤੇ ਇਹਨਾਂ ਦੇ ਫੈਮਿਲੀ ਮੈਂਬਰਸ, ਇਹਨਾਂ ਦੀ ਬੇਟੀਆਂ, ਇੱਕ ਜਣਾ ਤੇ ਇਹ ਤੇ ਇਹਨਾਂ ਦੀ ਵਾਈਫ ਗਏ। ਕਹਿੰਦੇ ਟੋਟਲ 7 ਮੈਂਬਰਾਂ, 2 ਟ੍ਰਿਪ, 7 ਮੈਂਬਰਸ, ਉਹਨਾਂ ਦੀ ਫਲਾਈਟਸ, ਅਕੋਮੋਡੇਸ਼ਨ, ਹੋਰ ਸਾਰਾ ਖਰਚਾ। ਕਹਿੰਦੇ $41,000 ਦਾ ਅਜਿਹਾ ਕਿਹੜਾ ਟ੍ਰਿਪ ਹੈ? ਕਹਿੰਦੇ ਕਲੀਅਰਲੀ ਦਿਸ ਵਾਜ਼ ਐਨ ਅਲਟਰਾ ਲਗਜ਼ੂਰੀਅਸ ਟ੍ਰਿਪ ਦੈਟ ਯੂ ਵਰ ਔਨ। ਐਂਡ ਔਨ ਟਾਪ ਆਫ ਦੈਟ $52,000 ਖਰਚ ਕੀਤੇ ਨੇ। ਸੋ $1,00,000 ਦਾ ਅਪਰੋਕਸੀਮੇਟਲੀ ਇਹ ਟ੍ਰਿਪ ਹੋਇਆ। ਹਾਂ, $1,00,000 ਦਾ ਟ੍ਰਿਪ ਹੋਇਆ ਨਾ। $1,00,000 ਦੇ 2 ਟ੍ਰਿਪ ਲਗਾਏ ਵਿਜੇ, ਕਿੰਨੀ ਉਹ ਲਗਜ਼ੂਰੀਅਸ ਹੋਣਗੇ, ਇਟਸ ਬਿਯੋਂਡ ਮਾਈ ਇਮੈਜੀਨੇਸ਼ਨ ਐਟ ਲੀਸਟ। ਅਤੇ ਚਲੋ ਜੋ ਵੀ ਹੈ, ਹੁਣ ਪੀਅਰ ਪੋਲੀਵੇ ਨੇ ਇਹ ਵੀ ਪੁੱਛਿਆ, ਕਹਿੰਦੇ ਕਿ ਜਸਟਿਨ ਟਰੂਡੋ ਹੁਣ ਬਿਲ ਮੋਰਨੋ ਨੂੰ ਫਾਇਰ ਕਿਉਂ ਨਹੀਂ ਕਰ ਰਹੇ। ਕਹਿੰਦੇ ਉਹ ਸ਼ਾਇਦ ਇਸ ਕਰਕੇ ਨਹੀਂ ਕਰ ਰਹੇ ਕਿ ਜੇ ਉਹ ਬਿਲ ਮੋਰਨੋ ਦੇ ਐਥਿਕਸ ਬਾਰੇ, ਉਹਨਾਂ ਦੀ ਨੈਤਿਕਤਾ ਬਾਰੇ ਗੱਲ ਕਰਨਗੇ ਤਾਂ ਲੋਕ ਪ੍ਰਾਈਮ ਮਿਨਿਸਟਰ ਦੀ ਨੈਤਿਕਤਾ ਵੀ ਹੁਣ ਸਵਾਲ ਖੜੇ ਕਰਨਗੇ। ਸੋ ਅੱਜ ਹੁਣ ਦੇਖੋ ਹੋਇਆ ਕੀ ਹੈ ਕਿ ਜਿਹੜਾ ਪਹਿਲਾ ਸਵਾਲ ਕੱਲ੍ਹ ਨਾਲ ਦੀ ਨਾਲ ਉਸੇ ਕਮੇਟੀ ਹੀਅਰਿੰਗ ਦੇ ਵਿੱਚ ਹੀ ਪੀਅਰ ਪੋਲੀਵੇਰ ਨੇ ਕਹਿ ਤਾ, ਕਹਿੰਦੇ ਫਿਰ ਤੁਸੀਂ ਰਿਜ਼ਾਈਨ ਕਰੋ ਹੁਣ। ਅਤੇ ਉਸ ਕੁਐਸਚਨ ਨੂੰ ਡੋਜ ਕਰਦੇ ਰਹੇ ਬਿਲ ਮੋਰਨੋ, ਕਿਉਂਕਿ ਉਹਨਾਂ ਨੇ ਇਹ ਗੱਲ ਕੀਤੀ ਕਿ ਪੀਅਰ ਪੋਲੀਵੇਰ ਨੇ ਕਿਹਾ ਵੀ ਤੁਸੀਂ ਜਿਹੜੀ ਮੋਰਲ ਅਥਾਰਟੀ ਹੈ ਵਿੱਤ ਮੰਤਰੀ ਦੇ ਤੌਰ 'ਤੇ ਸੇਵਾ ਨਿਭਾਉਣ ਦੀ, ਤੁਸੀਂ ਜਿਹੜੀ ਉਹ ਨੈਤਿਕਤਾ ਦੇ ਆਧਾਰ 'ਤੇ ਜਿਹੜਾ ਅਧਿਕਾਰ ਤੁਹਾਨੂੰ ਮਿਲਦਾ, ਉਹ ਤੁਸੀਂ ਗਵਾ ਚੁੱਕੇ ਹੋ ਹੁਣ। ਯੈਸ, ਕਿਉਂਕਿ ਵਿਜੇ ਬਿਲ ਮੋਰਨੋ ਨੇ ਇੱਕ ਹੋਰ ਗੱਲ ਵੀ ਦੱਸੀ। ਕਹਿੰਦੇ ਕਿ ਅਸੀਂ 2 ਵੱਡੀਆਂ ਡੋਨੇਸ਼ਨਸ ਵੀ ਦਿੱਤੀਆਂ ਨੇ ਵੀ ਚੈਰਿਟੀ ਨੂੰ, $50,000 ਦੀਆਂ। ਪਹਿਲੀ ਡੋਨੇਸ਼ਨ ਦਿੱਤੀ ਵਿਜੇ April 2018 ਦੇ ਵਿੱਚ, ਸੋ ਤਕਰੀਬਨ 2.25 ਸਾਲ ਹੋ ਗਏ, ਅਤੇ ਇਹ ਸੀਗੀ ਫॉर ਸਟੂਡੈਂਟਸ, ਸਟੂਡੈਂਟ ਓਪਰਚੁਨਿਟੀਜ਼ ਇਨ ਕੈਨੇਡਾ। ਦੂਸਰੀ ਵਿਜੇ ਉਹਦੀ ਟਾਈਮਿੰਗ ਬੜੀ ਇੰਟਰਸਟਿੰਗ ਹੈ। ਜੂਨ 2020 ਦੇ ਵਿੱਚ, ਇਸੇ ਸਾਲ ਜੂਨ, ਪਿਛਲੇ ਮਹੀਨੇ, ਉਹਨਾਂ ਨੇ $50,000 ਦੀ ਡੋਨੇਸ਼ਨ ਦਿੱਤੀ ਵੀ ਚੈਰਿਟੀ ਨੂੰ। ਕੀਨੀਆ ਦੇ ਵਿੱਚ ਜਿਹੜਾ COVID-19 ਰਿਲੀਫ ਪ੍ਰੋਗਰਾਮ ਹੈ ਵੀ ਚੈਰਿਟੀ ਵੱਲੋਂ ਜਿਹੜਾ ਕੀਤਾ ਜਾ ਰਿਹਾ, ਉਹਦੇ ਵਿੱਚ ਸਮਰਥਨ ਦੇਣ ਦੇ ਉਹਦੇ ਵਾਸਤੇ। ਅੱਛਾ, ਫਿਰ ਇਹਨਾਂ ਨੇ ਇੱਕ ਗੱਲ ਹੋਰ ਕੱਲ੍ਹ ਖੁਲਾਸਾ ਕੀਤਾ। ਕਹਿੰਦੇ ਵੀ ਅਸੀਂ ਜਿਹੜੇ ਸਪੈਸ਼ਲੀ ਗਲੋਬਲ ਐਜੂਕੇਸ਼ਨ ਵਾਸਤੇ ਅਲੱਗ-ਅਲੱਗ ਚੈਰਿਟੀਜ਼ ਵੱਲੋਂ ਜੋ ਉਪਰਾਲੇ ਕੀਤੇ ਜਾਂਦੇ ਨੇ, ਕਹਿੰਦੇ ਸਾਡੀ ਫੈਮਿਲੀ ਨੇ ਤਕਰੀਬਨ $1 ਮਿਲੀਅਨ ਬੀਤੇ ਵਰਿਆਂ ਵਿੱਚ ਉਹਦੇ ਵਾਸਤੇ ਡੋਨੇਟ ਕੀਤਾ। ਅਤੇ ਕਹਿੰਦੇ ਅੱਛਾ ਫਿਰ ਵੀ ਚੈਰਿਟੀ ਨੇ ਵੀ ਕਿਹਾ, ਕਹਿੰਦੇ ਕਿ ਜਿਹੜਾ ਅਸੀਂ ਇਹਨਾਂ ਨੂੰ ਬਿਲ ਮੋਰਨੋ ਨੂੰ ਅਤੇ ਇਹਨਾਂ ਦੀ ਵਾਈਫ ਮਿਸ ਮੈਕੇਨ, ਕਹਿੰਦੇ ਜਿਹੜਾ ਅਸੀਂ ਉਹਨਾਂ ਨੂੰ ਸੱਦਿਆ ਸੀ, ਉਹਨਾਂ ਨੂੰ ਅਸੀਂ ਕਿਹਾ ਸੀ ਕਿ ਆ ਕੇ ਤੁਸੀਂ ਸਾਡੇ ਪ੍ਰੋਜੈਕਟਸ ਵੇਖੋ। ਕਹਿੰਦੇ ਜਿਹੜੇ ਸਾਡੇ ਕਮਿਟਡ ਅਤੇ ਲੌਂਗ ਟਰਮ ਸਪੋਰਟਰਸ ਹੁੰਦੇ ਨੇ, ਅਸੀਂ ਉਹਨਾਂ ਨੂੰ ਆਪਣੇ ਪ੍ਰੋਜੈਕਟਸ ਦਿਖਾਉਣ ਵਾਸਤੇ ਇੱਦਾਂ ਬੁਲਾਉਂਦੇ ਹੁੰਦੇ ਹਾਂ ਤਾਂ ਕਿ ਉਹ ਦੇਖ ਸਕਣ ਵੀ ਉਹਨਾਂ ਦੀਆਂ ਡੋਨੇਸ਼ਨਸ ਦਾ ਗਲੋਬਲੀ ਕੀ ਇੰਪੈਕਟ ਪੈ ਰਿਹਾ। ਪਰ ਹੁਣ ਗੱਲ ਕੀ ਆ ਕਿ ਜਿਹੜਾ ਵੀ ਕੋਈ ਟ੍ਰਿਪ ਕਿਸੇ ਪਬਲਿਕ ਸਰਵੈਂਟ ਵੱਲੋਂ ਲਿਆ ਜਾਂਦਾ, ਜਿਹਦੇ ਵਿੱਚ ਮਿਨਿਸਟਰਸ ਅਤੇ ਹੋਰ ਉੱਚ ਅਹੁਦੇ ਵਾਲੇ ਵਿਅਕਤੀ ਸ਼ਾਮਲ ਨੇ, ਉਹ ਇਸ ਤਰ੍ਹਾਂ ਦੇ ਫ੍ਰੀ ਟ੍ਰਿਪਸ ਐਕਸੈਪਟ ਨਹੀਂ ਕਰ ਸਕਦੇ। ਫੋਰਬਿਡਨ ਆ। ਕੱਲ੍ਹ ਜਿਹੜੇ NDP ਦੇ ਐਥਿਕਸ ਕ੍ਰਿਟਿਕ ਨੇ ਚਾਰਲੀ ਐਂਗਸ, ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹ ਪਤਾ ਨਹੀਂ ਸੀ ਵੀ ਤੁਸੀਂ ਇਹ ਫ੍ਰੀ ਟ੍ਰਿਪ ਨਹੀਂ ਲੈ ਸਕਦੇ। ਅਤੇ ਕਹਿੰਦੇ ਵੀ ਚਲੋ ਕਹਿੰਦੇ ਤੁਹਾਨੂੰ ਪਹਿਲਾਂ ਉਹਨੇ ਇਹ ਸਵਾਲ ਪੁੱਛਿਆ, ਜਦੋਂ ਤੁਸੀਂ ਫਾਈਨੈਂਸ ਮਿਨਿਸਟਰ ਬਣੇ ਸੀ, ਕੀ ਤੁਹਾਨੂੰ ਉਦੋਂ ਕੌਨਫਲਿਕਟ ਆਫ ਇੰਟਰਸਟ ਬਾਰੇ ਦੱਸਿਆ ਨਹੀਂ ਸੀ ਗਿਆ ਵੀ ਇਹਦਾ ਐਕਟ ਕਿਵੇਂ ਕੰਮ ਕਰਦਾ? ਕਹਿੰਦੇ ਵੀ ਆਈ ਬਿਲੀਵ ਮੈਨੂੰ ਜ਼ਰੂਰ ਉਹਦੇ ਬਾਰੇ ਦੱਸਿਆ ਗਿਆ ਸੀ ਉਸ ਵੇਲੇ। ਸੋ 2015 ਦੀ ਗੱਲ ਹੋ ਗਈ ਇਹ। ਕਹਿੰਦੇ ਚਲੋ ਮੰਨੀ ਗੱਲ, ਉਦੋਂ ਤੁਹਾਨੂੰ ਦੱਸਿਆ ਗਿਆ। ਕਹਿੰਦੇ ਪਰ ਜਦੋਂ
ਆਗਾ ਖਾਨ ਦੇ ਪ੍ਰਾਈਵੇਟ ਆਈਲੈਂਡ 'ਤੇ ਪ੍ਰਧਾਨ ਮੰਤਰੀ ਗਏ ਸੀ ਅਤੇ ਉਹ ਵੀ ਟ੍ਰਿਪ ਉਹਨਾਂ ਨੇ ਐਕਸੈਪਟ ਕੀਤਾ ਸੀ। ਕਹਿੰਦੇ ਉਹ ਤੇ ਐਥਿਕਸ ਕਮਿਸ਼ਨਰ ਨੇ ਕਿਹਾ ਸੀ ਵੀ ਕੌਨਫਲਿਕਟ ਆਫ ਇੰਟਰਸਟ ਹੈ, ਫਿਰ ਤੁਹਾਨੂੰ ਉਹ ਤੇ ਯਾਦ ਹੋਣਾ ਚਾਹੀਦਾ ਸੀ। ਸੋ ਇਹਦੇ ਜਵਾਬ ਵਿੱਚ ਫਿਰ ਬਿਲ ਮੋਰਨੋ ਨੇ ਇਹੀ ਕਿਹਾ, ਕਹਿੰਦੇ ਮੇਰੀ ਇੰਟੈਂਸ਼ਨ ਹਮੇਸ਼ਾ ਸੀ ਕਿ ਮੈਂ ਇਹ ਪੈਸੇ ਪੇ ਕਰਾਂ, ਮੈਂ ਜਾਣਬੁੱਝ ਕੇ ਨਹੀਂ ਕੀਤਾ, ਪਰ ਜਿਉਂ ਹੀ ਮੈਨੂੰ ਪਤਾ ਲੱਗਾ ਕਿ ਜੀ ਆਹ $41,366 ਬਕਾਇਆ ਅਤੇ ਮੈਂ ਨਾਲ ਦੀ ਨਾਲ ਪੇ ਕਰਤੇ। ਪਰ ਇਸ਼ੂ ਕੀ ਆ ਕਿ ਕੱਲ੍ਹ ਉਹਨਾਂ ਦੀ ਹੀਅਰਿੰਗ ਸੀ ਫਾਈਨੈਂਸ ਕਮੇਟੀ ਦੇ ਮੂਹਰੇ, ਦਾ ਟਾਈਮਿੰਗ ਆਫ ਇਟ ਕਿ 2017 ਦਾ ਖਰਚਾ ਤੁਸੀਂ ਪੇ ਕਰ ਰਹੇ ਹੋ ਜਸਟ ਬਿਫੋਰ ਕਮਿੰਗ ਟੂ ਦੈਟ ਹੀਅਰਿੰਗ, ਵੀ ਕਿਤੇ ਜੇ ਉੱਥੇ ਗੱਲ ਆ ਗਈ ਤਾਂ ਐਂਬੈਰਸਮੈਂਟ ਹੋ ਸਕਦੀ ਹੈ। ਅਤੇ ਵਿਜੇ ਪੀਅਰ ਪੋਲੀਵੇ ਨੇ ਇੱਕ ਹੋਰ ਸਵਾਲ ਇਹ ਪੁੱਛਿਆ, ਕਹਿੰਦੇ ਕਿ ਹੁਣ ਇਹ ਗੱਲ ਤਾਂ ਸਾਫ਼ ਹੋ ਗਈ ਕਿ ਬਿਲ ਮੋਰਨੋ ਦੇ ਪਰਿਵਾਰ ਨੇ ਕੋਈ ਇੱਦਾਂ ਦੇ ਐਕਸਪੈਂਡੀਚਰ ਇੰਜੋਏ ਕੀਤੇ ਫਰੋਮ ਵੀ ਚੈਰਿਟੀ, ਵੀ ਚੈਰਿਟੀ ਨੇ ਉਹਨਾਂ 'ਤੇ ਖਰਚਾ ਕੀਤਾ। ਕਹਿੰਦੇ ਇਹ ਗੱਲ ਤਾਂ ਸਾਫ਼ ਹੋ ਗਈ, ਉਹਨਾਂ ਨੇ ਆਪ ਹੀ ਕਬੂਲ ਲਿਆ। ਕਹਿੰਦੇ ਹੁਣ ਇਹ ਗੱਲ ਪਤਾ ਲਗਾਉਣ ਦੀ ਲੋੜ ਹੈ ਕਿ ਕੀ ਜਸਟਿਨ ਟਰੂਡੋ ਦੇ ਪਰਿਵਾਰ ਨੇ ਵੀ ਇੱਦਾਂ ਦੇ ਕੋਈ ਟ੍ਰਿਪਸ ਜਿਹੜੇ ਹੈਗੇ ਅਟੈਂਡ ਕੀਤੇ ਆ ਜਿਨ੍ਹਾਂ 'ਤੇ ਖਰਚਾ ਵੀ ਚੈਰਿਟੀ ਵੱਲੋਂ ਕੀਤਾ ਗਿਆ ਹੋਵੇ। ਬਸ ਉਹ ਨਾਲ ਹੀ ਇਹਦੇ ਵਿੱਚ ਇੱਕ ਹੋਰ ਪ੍ਰਤੀਕਰਮ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਹੁਣ ਵੀ ਚੈਰਿਟੀ ਦੇ ਨਾਲ ਸੰਬੰਧਿਤ ਖਰਚੇ ਦਾ ਤਾਂ ਤੁਸੀਂ ਆਪ ਖੁਲਾਸਾ ਕਰਤਾ, ਇਹੋ ਜਿਹੇ ਹੋਰ ਕਿੰਨਾ ਕੁਝ ਹੋਵੇਗਾ। ਇਹ ਤੇ ਹਜੇ ਇੱਕੋ ਮੰਤਰੀ ਨੇ, ਬਾਕੀ ਮੰਤਰੀਆਂ ਦੇ ਵਿੱਚ ਮਤਲਬ ਉਹੀ ਆ ਨਾ, ਜਦੋਂ ਇੱਕ ਮੰਤਰੀ ਇੱਕ ਸੰਸਥਾ, ਹਾਂ ਕਿੰਨੇ ਮੰਤਰੀ ਨੇ, ਹੋਰ ਵੀ ਕਿੰਨੀਆਂ ਸੰਸਥਾਵਾਂ ਨੇ। ਅੱਛਾ, ਜਿਹੜੀ ਕੱਲ੍ਹ ਦੀ ਇਸ ਪੇਸ਼ੀ ਦੇ ਵਿੱਚੋਂ ਟਾਈਮਲਾਈਨ ਇੱਕ ਸਾਹਮਣੇ ਆਈ ਆ, ਬਸ ਆਈ ਥਿੰਕ ਉਹਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਆ। ਉਹਦੇ ਵਿੱਚ ਤਰੀਕਾਂ ਕਾਫੀ ਨੇ, ਪਰ ਆਈ ਥਿੰਕ ਉਸ ਨੇ ਸਾਰਾ ਕੰਟੈਕਸਟ ਨਾ ਕਲੀਅਰ ਕਰ ਦੇਣਾ। ਸੋ ਕੱਲ੍ਹ ਜੋ ਬਿਲ ਮੋਰਨੋ ਨੇ ਖੁਲਾਸੇ ਕੀਤੇ, ਕਹਿੰਦੇ ਵੀ ਹੁਣ ਜਿਹੜੀਆਂ ਤਰੀਕਾਂ 'ਚ ਨਵੀਆਂ ਨੇ, 5 ਅਪ੍ਰੈਲ ਦਾ ਪਹਿਲਾਂ ਕਦੇ ਜ਼ਿਕਰ ਨਹੀਂ ਸੀ ਕੋਈ। ਕਹਿੰਦੇ 5 ਅਪ੍ਰੈਲ ਨੂੰ ਫਾਈਨੈਂਸ ਮਿਨਿਸਟਰ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਕਾਲ ਕੀਤੀ ਸੀ। ਕਹਿੰਦੇ ਉਦੋਂ ਅਸੀਂ ਡਿਸਕਸ ਕੀਤਾ ਵੀ ਸਟੂਡੈਂਟਸ ਨੂੰ ਸਪੋਰਟ ਕਰਨ ਵਾਸਤੇ ਇਸ ਪੈਂਡੈਮਿਕ ਦੇ ਦੌਰ ਦੇ ਵਿੱਚ ਵੀ ਕੁਛ ਨਾ ਕੁਛ ਸਾਨੂੰ ਕਰਨਾ ਚਾਹੀਦਾ। ਸੋ ਇਹ ਕਾਲ ਹੋਈ 5 ਅਪ੍ਰੈਲ ਨੂੰ। ਹਾਂਜੀ, ਅਤੇ ਉਸ ਤੋਂ ਅਗਲੇ ਹੀ ਦਿਨ 6 ਅਪ੍ਰੈਲ ਨੂੰ ਫਾਈਨੈਂਸ ਮਿਨਿਸਟਰ ਨੇ ਜਸਟਿਨ ਟਰੂਡੋ ਨਾਲ ਜਿਹੜੀ ਗੱਲਬਾਤ ਹੋਈ, ਉਸ ਤੋਂ ਬਾਅਦ ਆਪਣੇ ਸਟਾਫ ਨੂੰ ਕਹਿ ਦਿੱਤਾ ਕਿ ਤੁਸੀਂ ਬਾਕੀ ਮਹਿਕਮਿਆਂ ਦੇ ਨਾਲ ਅਤੇ ਹੋਰ ਜਿਹੜੀਆਂ ਇੱਦਾਂ ਦੀਆਂ ਸੰਸਥਾਵਾਂ ਨੇ ਜਿਹੜਾ ਕੋਈ ਇੱਦਾਂ ਦਾ ਪ੍ਰੋਗਰਾਮ ਕਰ ਸਕਦੀਆਂ ਨੇ ਅੰਡਰਟੇਕ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ, ਸੰਪਰਕ ਕਰੋ ਉਹਨਾਂ ਨਾਲ ਪੂਰੀ ਡਿਸਕਸ਼ਨ ਕਰੋ। ਫਿਰ ਗੱਲ ਆ ਗਈ 7 ਅਪ੍ਰੈਲ 'ਤੇ, ਹਾਂਜੀ ਅਗਲੇ ਹੀ ਦਿਨ। ਸੋ 6 ਤੋਂ ਨੈਕਸਟ ਡੇ ਜਿਹੜੇ ਫੈਡਰਲ ਅਫੀਸ਼ੀਅਲ ਸੀਗੇ, ਉਹਨਾਂ ਨੇ ਘੱਟੋ ਘੱਟ 1 ਦਰਜਨ ਆਰਗੇਨਾਈਜੇਸ਼ਨਸ ਤੱਕ ਪਹੁੰਚ ਕੀਤੀ, ਜਿਹਦੇ ਵਿੱਚ ਵੀ ਇੰਕਲੂਡਡ ਸੀ। ਹੁਣ ਵੀ ਚੈਰਿਟੀ ਕਹੀਏ, ਵੀ ਆਰਗੇਨਾਈਜੇਸ਼ਨ ਕਹੀਏ, ਜਾਂ ਵੀ ਚੈਰਿਟੀ ਫਾਊਂਡੇਸ਼ਨ ਕਹੀਏ। ਸੋ ਵੀ ਆਰਗੇਨਾਈਜੇਸ਼ਨ ਵੀ ਉਹਦੇ ਵਿੱਚ ਅਪਰੋਚ ਕੀਤੀ ਗਈ, ਜਦੋਂ ਕਿ 12 ਤਕਰੀਬਨ ਹੋਰ ਸੰਸਥਾਵਾਂ ਨੂੰ ਅਪਰੋਚ ਕੀਤਾ ਗਿਆ ਸੀ। ਅਤੇ ਫਿਰ ਇਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਜਿਹੜੀ ਆਹ ਚੈਰਿਟੀ ਆ, ਵੀ ਚੈਰਿਟੀ ਆ, ਇਹਨਾਂ ਨੇ ਫਿਰ ਉਹ ਪ੍ਰਪੋਜ਼ਲ ਦਿੱਤੀ, ਸੋਸ਼ਲ ਐਂਟਰਪ੍ਰੈਨਿਓਰਸ਼ਿਪ ਵਾਲੀ ਪ੍ਰਪੋਜ਼ਲ, ਜਿਹੜੀ ਕਿ 9 ਅਪ੍ਰੈਲ ਨੂੰ ਭੇਜੀ ਗਈ ਸੀ। ਹੁਣ ਇਹਦੇ ਵਿੱਚੋਂ ਇੱਕ ਬਹੁਤ ਵੱਡਾ ਸਵਾਲ ਉੱਠਦਾ, ਹੁਣ ਤੱਕ ਇਹ ਗੱਲ ਆਉਂਦੀ ਰਹੀ ਕਿ ਜੀ 9 ਅਪ੍ਰੈਲ ਨੂੰ ਜਿਹੜੀ ਵੀ ਚੈਰਿਟੀ ਵੱਲੋਂ ਪ੍ਰਪੋਜ਼ਲ ਭੇਜੀ ਗਈ ਸੀ, ਉਹਨਾਂ ਨੇ ਆਪਣੇ ਤੌਰ 'ਤੇ ਬਣਾ ਕੇ ਭੇਜਤੀ ਸੀ, ਅਨਸੋਲਿਸਿਟਿਡ ਸੀ, ਮਤਲਬ ਸਰਕਾਰ ਵੱਲੋਂ ਉਸ ਦੀ ਮੰਗ ਨਹੀਂ ਕੀਤੀ ਗਈ ਸੀ। ਪਰ ਕੱਲ੍ਹ ਦੀ ਇਸ ਟੈਸਟੀਮਨੀ ਦੇ ਵਿੱਚੋਂ ਗੱਲ ਆਈ ਆ ਵੀ ਇਹ ਮੰਗ ਤੇ ਸਰਕਾਰ ਵੱਲੋਂ ਹੋਈ ਆ। ਅਤੇ ਕਿਉਂਕਿ 7 ਅਪ੍ਰੈਲ ਨੂੰ, ਜਿਵੇਂ ਤੁਸੀਂ ਦੱਸਿਆ ਹੀ ਆ, ਕਿ ਸਰਕਾਰ ਨੇ ਰੀਚ ਆਊਟ ਕੀਤਾ ਸੀ ਇਹਨਾਂ ਆਰਗੇਨਾਈਜੇਸ਼ਨਸ ਨੂੰ। ਸੋ ਕੋਈ ਗੱਲ ਹੋਈ ਹੋਏਗੀ ਇਸ ਪ੍ਰੋਗਰਾਮ ਦੇ ਬਾਰੇ। ਉਹਦੇ ਰਿਸਪੌਂਸ ਦੇ ਵਿੱਚ 9 ਅਪ੍ਰੈਲ ਨੂੰ ਵੀ ਚੈਰਿਟੀ ਨੇ ਜਿਹੜਾ ਪਹਿਲਾ ਪ੍ਰਪੋਜ਼ਲ ਸੀਗਾ, ਭਾਵੇਂ ਉਹਨੂੰ ਕਿਹਾ ਜਾ ਰਿਹਾ ਕਿ ਉਹ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਤੋਂ ਬਹੁਤ ਵੱਖਰਾ ਸੀ, ਪਰ ਉਹ ਪ੍ਰਪੋਜ਼ਲ ਤਾਂ ਹੀ ਪੇਸ਼ ਕੀਤਾ ਗਿਆ ਸੀ ਕਿਉਂਕਿ ਸਰਕਾਰ ਨੇ ਰੀਚ ਆਊਟ ਕੀਤਾ ਸੀ। ਉਹ ਅਨਸੋਲਿਸਿਟਿਡ ਨਹੀਂ ਸੀ। 9 ਤਰੀਕ ਵਾਲੀ ਉਹ ਪ੍ਰਪੋਜ਼ਲ ਪਹਿਲਾਂ ਓਰੀਜਨਲੀ ਗੱਲ ਇਹ ਆਈ ਸੀ ਕਿ ਜੀ ਬਰਦੀਸ਼ ਚੱਗੜ ਦੀ ਯੂਥ ਮਿਨਿਸਟਰੀ ਨੂੰ ਭੇਜੀ ਗਈ ਸੀ, ਪਰ ਫਿਰ ਕੁਝ ਦਿਨ ਪਹਿਲਾਂ ਇਹ ਗੱਲ ਵੀ ਆਈ ਕਿ ਨਹੀਂ, ਉਹਨਾਂ ਨੂੰ ਵੀ ਭੇਜੀ ਗਈ ਸੀ, ਫਾਈਨੈਂਸ ਮਿਨਿਸਟਰ ਦੇ ਦਫ਼ਤਰ ਨੂੰ ਵੀ ਭੇਜੀ ਗਈ ਸੀ, ਨਾਲੇ ਸਮਾਲ ਬਿਜ਼ਨਸ ਮਿਨਿਸਟਰ ਜਿਹੜੇ ਮੈਰੀ ਐਂਗ ਉਹਨਾਂ ਨੂੰ ਵੀ ਭੇਜੀ ਗਈ ਸੀ। ਯੂ ਰਾਈਟ। ਅੱਛਾ, ਹੁਣ ਆ ਜਾਈਏ ਫਿਰ ਉਸ ਤੋਂ ਬਾਅਦ। ਵੈਸੇ ਕੱਲ੍ਹ ਉਹਨਾਂ ਨੇ 18 ਅਪ੍ਰੈਲ ਦੀ ਗੱਲ ਕੀਤੀ ਆ, ਪਰ ਉਸ ਤੋਂ ਪਹਿਲਾਂ ਇੱਕ 17 ਤਰੀਕ ਵੀ ਸੀ ਜਿਹੜੀ ਬਰਦੀਸ਼ ਚੱਗੜ ਦੀ ਟੈਸਟੀਮਨੀ 'ਚ ਆਈ ਸੀ ਵੀ ਬਰਦੀਸ਼ ਚੱਗੜ ਨੇ ਵੀ ਆਰਗੇਨਾਈਜੇਸ਼ਨ ਦੇ ਨਾਲ 17 ਅਪ੍ਰੈਲ ਨੂੰ ਗੱਲ ਕੀਤੀ। ਹੁਣ ਆ ਜਾਓ 18 ਅਪ੍ਰੈਲ 'ਤੇ। 18 ਅਪ੍ਰੈਲ ਨੂੰ ਵਿਜੇ ਆਫੀਸ਼ੀਅਲਸ ਨੇ ਇਹ ਕੰਕਲੂਡ ਕੀਤੀ ਗੱਲ ਕਿ ਇਹ ਪੂਰੇ ਪ੍ਰੋਗਰਾਮ ਨੂੰ ਅੰਡਰਟੇਕ ਕਰਨ ਦੇ ਲਈ, ਇਹਨੂੰ ਐਡਮਿਨਿਸਟਰ ਕਰਨ ਦੇ ਲਈ ਇੱਕ ਥਰਡ ਪਾਰਟੀ ਦੀ ਲੋੜ ਪੈਣੀ ਹੈ, ਸਰਕਾਰ ਆਪ ਨਹੀਂ ਕਰ ਸਕਦੀ। ਸੋ ਉਦੋਂ ਇਹ ਕੰਕਲੂਜਨ ਡਰਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਡਿਸਕਸ਼ਨ ਦੇ ਵਿੱਚ ਵੀ ਚੈਰਿਟੀ ਦਾ ਨਾਮ ਵੀ ਸਾਹਮਣੇ ਆਇਆ। ਸੋ 18 ਅਪ੍ਰੈਲ ਨੂੰ ਵੀ ਚੈਰਿਟੀ ਦਾ ਨਾਮ ਫਿਰ ਇਸ ਡਿਸਕਸ਼ਨ 'ਚ ਆਇਆ। ਹੁਣ ਰੇਚਲ ਵਾਰਨਿਕ ਦੀ ਜਿਹੜੀ ਟੈਸਟੀਮਨੀ ਸੀਗੀ ਪਿਛਲੇ ਹਫ਼ਤੇ, ਜਿਹੜੇ ਕਿ ਪਬਲਿਕ ਸਰਵੈਂਟ ਨੇ, ਉਹਨਾਂ ਨੇ ਕਿਹਾ ਸੀ ਮੈਂ 19 ਤਰੀਕ ਨੂੰ ਕਾਲ ਕੀਤੀ ਸੀ ਵੀ ਚੈਰਿਟੀ ਨੂੰ, ਅਤੇ ਮੇਰੀ ਗੱਲ ਹੋਈ ਸੀ ਵਨ ਆਫ ਦਾ ਕੋ ਫਾਊਂਡਰਸ ਦੇ ਨਾਲ, ਵਨ ਆਫ ਦਾ 2 ਬ੍ਰਦਰਸ, ਅਤੇ ਕਹਿੰਦੇ ਉਦੋਂ ਅਸੀਂ ਗੱਲਬਾਤ ਕੀਤੀ ਅਤੇ ਉਹ ਜੋ ਨੋਰਮਲ ਕੋਰਸ ਆਫ ਡਿਸਕਸ਼ਨ 'ਚ ਹੁੰਦਾ ਰਿਹਾ। ਪਰ ਕੱਲ੍ਹ ਫਿਰ ਕਿਉਂਕਿ ਇੱਕ ਕੱਲ੍ਹ ਹੋਰ ਪੇਸ਼ੀ ਸੀ, ਜਿਹੜੇ ਕਿ ਫਾਈਨੈਂਸ ਡਿਪਾਰਟਮੈਂਟ ਦੇ ਅਸਿਸਟੈਂਟ ਡੈਪੂਟੀ ਮਿਨਿਸਟਰ ਨੇ, ਮਿਸ਼ੇਲ ਕੋਵੈਚਵਿਚ,
ਉਹਨਾਂ ਨੇ ਆਪਣੀ ਟੈਸਟੀਮਨੀ 'ਚ 20 ਅਪ੍ਰੈਲ ਦਾ ਜ਼ਿਕਰ ਕੀਤਾ ਕਿ ਜੀ 20 ਅਪ੍ਰੈਲ ਨੂੰ ਬਿਲ ਮੋਰਨੋ ਦੇ ਦਫ਼ਤਰ ਨੇ ਵੀ ਨਾਲ ਸੰਪਰਕ ਕੀਤਾ ਸੀ ਅਤੇ ਫਿਰ ਕਿਹਾ ਸੀ ਕਿ ਵੋਲੰਟੀਅਰ ਓਪਰਚੁਨਿਟੀਜ਼ ਮੁਹੱਈਆ ਕਰਵਾ ਸਕਣ ਦੀ ਤੁਹਾਡੀ ਕਿੰਨੀ ਸਮਰੱਥਾ। ਫਿਰ ਇੱਥੋਂ ਤੁਸੀਂ ਇਹ ਵੇਖੋ ਕਿ ਜਿਹੜਾ ਹੁਣ ਇਹ ਮੌਜੂਦਾ ਪ੍ਰੋਗਰਾਮ ਲਾਗੂ ਕੀਤਾ ਗਿਆ ਸੀ, ਇੱਥੋਂ ਉਹਦੀ ਥੋੜ੍ਹੀ ਜਿਹੀ ਰੂਪਰੇਖਾ ਜੀ ਦਿਖਣੀ ਸ਼ੁਰੂ ਹੁੰਦੀ ਆ। ਬਿਲਕੁਲ, ਕਿਉਂਕਿ ਵਿਜੇ ਪਹਿਲਾਂ ਕਿਹਾ ਗਿਆ ਸੀ ਜਿਹੜਾ 9 ਅਪ੍ਰੈਲ ਨੂੰ ਪ੍ਰਪੋਜ਼ਲ, ਜਿਹੜਾ ਪਹਿਲਾ ਪ੍ਰਪੋਜ਼ਲ ਵੀ ਚੈਰਿਟੀ ਨੇ ਪ੍ਰੈਜ਼ੈਂਟ ਕੀਤਾ ਸੀ, ਉਹ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਤੋਂ ਵੱਖਰਾ ਸੀ, ਬਹੁਤ ਵੱਖਰਾ ਸੀ। ਪਰ ਇਹਦੇ ਵਿੱਚ ਗੱਲ ਸਾਫ਼ ਹੋਈ ਹੈ ਕਿ 20 ਅਪ੍ਰੈਲ ਨੂੰ ਹੀ ਇਹ ਗੱਲ ਸਾਹਮਣੇ ਆਈ ਸੀ ਇਸ ਕਾਲ ਤੋਂ ਬਾਅਦ ਕਿ ਜਿਹੜਾ 9 ਅਪ੍ਰੈਲ ਵਾਲਾ ਪ੍ਰਪੋਜ਼ਲ ਹੈ ਉਹਨੂੰ ਹੀ ਉਹਦੇ ਵਿੱਚ ਹੀ ਕੁਝ ਤਰਮੀਮਾਂ ਕਰਕੇ ਇਹ ਜਿਹੜਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਹੈ ਉਹ ਘੜਿਆ ਜਾਏਗਾ। ਹੁਣ ਤੁਸੀਂ ਇੰਟਰਸਟਿੰਗ ਗੱਲ ਇਹ ਵੇਖੋ ਕਿ 20 ਤਰੀਕ ਨੂੰ ਫਾਈਨੈਂਸ ਮਿਨਿਸਟਰ ਦੇ ਦਫ਼ਤਰ ਤੋਂ ਕਾਲ ਇਹ ਜਾ ਰਹੀ ਹੈ ਵੀ ਚੈਰਿਟੀ ਨੂੰ ਜਾਂ ਵੀ ਆਰਗੇਨਾਈਜੇਸ਼ਨ ਨੂੰ ਵੀ ਕੀ ਤੁਸੀਂ ਸਟੂਡੈਂਟ ਵੋਲੰਟੀਅਰ ਪ੍ਰੋਗਰਾਮ ਕੁਝ ਕਰਵਾ ਸਕਦੇ ਹੋ ਆਰਗੇਨਾਈਜ਼। ਉਸ ਤੋਂ ਪਹਿਲਾਂ 19 ਤਰੀਕ ਨੂੰ ਇੱਕ ਦਿਨ ਪਹਿਲਾਂ ਜਦੋਂ ਰੇਚਲ ਵਾਰਨਿਕ ਨੇ ਗੱਲ ਕੀਤੀ, ਉਹ ਕਹਿੰਦੇ ਉਦੋਂ ਮੈਨੂੰ ਇੰਨਾ ਕੁਝ ਪਤਾ ਨਹੀਂ ਸੀ ਇਹਦੇ ਬਾਰੇ। ਕਹਿੰਦੇ ਸਾਨੂੰ ਤੇ ਪਤਾ ਹੀ ਜ਼ਿਆਦਾ ਉਦੋਂ ਲੱਗਾ ਜਦੋਂ 22 ਤਰੀਕ ਨੂੰ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਪ੍ਰੋਗਰਾਮ ਦਾ। ਸੋ ਮਤਲਬ ਮਿਨਿਸਟਰੀਜ਼ ਦੇ ਅੰਦਰ ਇਹਨਾਂ ਨੂੰ ਸਾਰਾ ਪਤਾ ਸੀ ਵੀ ਕਿਸ ਤਰ੍ਹਾਂ ਦਾ ਇਹਨੂੰ ਅੱਗੇ ਸ਼ੇਪ ਐਂਡ ਫਾਰਮ ਦੇਣੀ ਆ। ਬਿਲਕੁਲ। ਹੁਣ ਆ ਜਾਓ 21 ਤਰੀਕ ਤੇ, 21 ਜਿਹੜਾ ਦੂਸਰਾ ਪ੍ਰਪੋਜ਼ਲ ਵੀ ਚੈਰਿਟੀ ਨੇ ਜਿਹੜਾ ਦੂਸਰਾ ਪ੍ਰਪੋਜ਼ਲ ਪ੍ਰੈਜ਼ੈਂਟ ਕੀਤਾ ਸੀ ਫਾਈਨੈਂਸ ਮਿਨਿਸਟਰੀ ਨੂੰ ਜੀ, ਇਹਦੇ ਵਿੱਚ ਵਿਜੇ ਹੁਣ ਇਹ ਲੱਗਦਾ ਇੱਦਾਂ ਕਿ ਜਿਹੜਾ ਪਹਿਲਾਂ 9 ਅਪ੍ਰੈਲ ਵਾਲਾ ਜਿਹੜਾ ਪਹਿਲਾ ਪ੍ਰਪੋਜ਼ਲ ਸੀ ਉਹਦੇ ਵਿੱਚ ਹੀ ਕੁਝ ਤਬਦੀਲੀ ਕਰਕੇ ਜਦੋਂ ਇਹ ਗੱਲਬਾਤ ਚੱਲੀ ਹੈ ਇਹਨਾਂ ਦੀ ਆਪਸ ਦੇ ਵਿੱਚ, ਜਦੋਂ ਮੋਰਨੋ ਦੇ ਆਫਿਸ ਦੇ ਨਾਲ ਗੱਲਬਾਤ ਹੋਈ, ਉਸ ਤੋਂ ਬਾਅਦ ਮੇਬੀ ਸਰਕਾਰ ਵੱਲੋਂ ਕੋਈ ਹਿੰਟ ਦਿੱਤਾ ਗਿਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਥੋੜ੍ਹਾ ਇੱਦਾਂ ਟੇਲਰ ਕਰ ਦਿਓ, ਇਹਦੇ 'ਚ ਥੋੜ੍ਹਾ ਇਹ ਚੇਂਜ ਕਰੋ। ਉਹ ਚੇਂਜ ਕੀ ਸੀ? ਉਹਦੇ ਵਿੱਚ ਸਰਵਿਸ ਪਲੇਸਮੈਂਟ ਸਟਰੀਮ ਜਿਹੜਾ ਹੈਗਾ ਉਹ ਜੋੜਿਆ ਗਿਆ ਨਾਲ। ਪਹਿਲਾਂ ਸੀ ਸਟੂਡੈਂਟ ਐਂਟਰਪ੍ਰੀਨਿਓਰਸ਼ਿਪ ਬਾਰੇ, ਫਿਰ ਆ ਗਿਆ ਸਟੂਡੈਂਟ ਸਰਵਿਸਿਜ਼ ਵਿੱਚ ਉਹਦੇ ਜੋੜੀ ਗਈ ਗੱਲ। ਉਹਦੇ ਵਿੱਚ ਕੁਝ ਚੇਂਜਸ ਕੀਤੇ ਗਏ ਵਿਚ ਵਰ ਵੈਰੀ ਮਚ ਇਨ ਲਾਈਨ ਵਿਦ ਦ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ। ਸੋ ਅੱਛਾ, 21 ਤਰੀਕ ਨੂੰ ਜਦੋਂ ਇਹ ਪ੍ਰਪੋਜ਼ਲ ਆਇਆ, ਫਿਰ ਕੱਲ੍ਹ ਬਿਲ ਮੋਰਨੋ ਨੇ ਕਿਹਾ, ਕਹਿੰਦੇ ਉਸੇ ਦਿਨ ਮੈਂ ਵਰਬਲੀ ਜਿਹੜੀਆਂ ਇਹਦੀਆਂ ਬਰੋਡ ਤੁਸੀਂ ਇਹ ਲਗਾ ਲਓ ਕਿ ਪੈਰਾਮੀਟਰ ਸੀਗੇ, ਉਹਦੇ ਆਧਾਰ ਤੇ ਮੈਂ ਵਰਬਲ ਅਪਰੂਵਲ ਦੇ ਦਿੱਤੀ ਸੀ ਵੀ ਠੀਕ ਹੈ, ਇਹ ਪ੍ਰੋਗਰਾਮ ਠੀਕ ਲੱਗਦਾ, ਬਾਕੀ ਇਹ 'ਚ ਹੋਰ ਘੋਖ ਪੜਤਾਲ ਕਰ ਲਓ। ਤੇ ਫਿਰ ਕਹਿੰਦੇ ਕਿ ਜਿਹੜਾ ਪੋਟੈਂਸ਼ੀਅਲ ਟੂ ਯੂਜ਼ ਦਾ ਥਰਡ ਪਾਰਟੀ, ਕਹਿੰਦਾ ਟੂ ਬੀ ਕਲੀਅਰ, ਕਹਿੰਦੇ ਵੀ ਨੋ ਥਰਡ ਪਾਰਟੀ ਸੱਚ ਐਜ਼ ਵੀ ਵਾਜ਼ ਚੋਜ਼ਨ ਔਰ ਡਾਇਰੈਕਟਿਡ ਵਿਦ ਇਨ ਦਿਸ ਅਪਰੂਵਲ। ਕਹਿੰਦੇ ਜਦੋਂ ਮੈਂ ਵਰਬਲ ਅਪਰੂਵਲ ਦਿੱਤੀ, ਮੈਂ ਇਹ ਨਹੀਂ ਕਿਹਾ ਕਿ ਵੀ ਨੂੰ ਤੁਸੀਂ ਮਾਨਤਾ ਦੇ ਦਿਓ। ਪਰ ਵਿਜੇ ਕਿੰਨਾ ਕੋਇਨਸੀਡੈਂਸ ਪੋਸੀਬਲ ਹੈ ਕਿ 22 ਅਪ੍ਰੈਲ ਨੂੰ ਪ੍ਰੋਗਰਾਮ ਅਨਾਉਂਸ ਹੁੰਦਾ, 21 ਅਪ੍ਰੈਲ ਨੂੰ ਵੀ ਚੈਰਿਟੀ ਦੂਸਰਾ ਪ੍ਰਪੋਜ਼ਲ ਭੇਜਦੀ ਹੈ ਆਫਟਰ ਦ ਫਰਸਟ ਪ੍ਰਪੋਜ਼ਲ ਵਿਚ ਵਾਸ ਸੈਂਟ ਔਨ 9th April, ਤੇ ਉਹ ਜਿਹੜਾ 21 ਅਪ੍ਰੈਲ ਨੂੰ ਪ੍ਰਪੋਜ਼ਲ ਆਉਂਦਾ ਉਹ ਆਉਂਦਾ 20 ਅਪ੍ਰੈਲ ਦੀ ਕਾਲ ਤੋਂ ਬਾਅਦ, ਤੇ 21 ਅਪ੍ਰੈਲ ਨੂੰ ਹੀ ਫਾਈਨੈਂਸ ਮਿਨਿਸਟਰ ਵਰਬਲ ਅਪਰੂਵਲ ਦੇ ਦਿੰਦੇ ਨੇ ਆਫਟਰ ਦੈਟ ਪ੍ਰਪੋਜ਼ਲ ਇਜ਼ ਰਿਸੀਵਡ। ਵੀ ਚੈਰਿਟੀ ਦੀ ਪ੍ਰਪੋਜ਼ਲ ਆਈ, ਫਾਈਨੈਂਸ ਮਿਨਿਸਟਰ ਨੇ ਵਰਬਲ ਅਪਰੂਵਲ ਦਿੱਤੀ, ਪਰ ਕਹਿੰਦੇ ਮੈਂ ਇਹ ਨਹੀਂ ਕਿਹਾ ਕਿ ਇਹ ਪ੍ਰੋਗਰਾਮ ਵੀ ਨੂੰ ਹੀ ਦਿਓ। ਕਿੰਨਾ ਕੋਇਨਸੀਡੈਂਸ! ਜੇ ਪ੍ਰਪੋਜ਼ਲ ਉਹਨਾਂ ਦੀ ਆ ਤਾਂ ਪ੍ਰੋਗਰਾਮ ਤਾਂ ਉਹਨਾਂ ਨੂੰ ਹੀ ਜਾਣਾ ਸੀ। ਇਹ ਥੋੜੇ ਕਿ ਪ੍ਰਪੋਜ਼ਲ ਕਿਸੇ ਦੀ ਲੈ ਕੇ ਤੁਸੀਂ ਪ੍ਰੋਗਰਾਮ ਕਿਸੇ ਹੋਰ ਨੂੰ ਅਵਾਰਡ ਕਰ ਦਿਓਗੇ। ਅੱਛਾ, ਫਿਰ ਉਸ ਤੋਂ ਬਾਅਦ 22 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। 5 ਮਈ ਨੂੰ ਜਦੋਂ ਡਾਇਵਰਸਿਟੀ ਇੰਕਲੂਜਨ ਐਂਡ ਯੂਥ ਮਿਨਿਸਟਰ ਬਰਦੀਸ਼ ਚੱਗੜ ਨੇ ਪ੍ਰੈਜੈਂਟੇਸ਼ਨ ਕੀਤੀ ਇਨੀਸ਼ੀਅਲ ਪ੍ਰਪੋਜ਼ਲ ਫॉर ਦ ਗ੍ਰਾਂਟ, ਵੀ ਜੇ ਸਾਰਾ ਪ੍ਰੋਗਰਾਮ ਹੈ ਸਰਕਾਰ ਵੱਲੋਂ ਤੇ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਕਿਵੇਂ ਐਡਮਿਨਿਸਟਰ ਕੀਤਾ ਜਾਣਾ, ਤੇ ਕਹਿੰਦੇ ਉਦੋਂ ਵੀ ਚੈਰਿਟੀ ਪ੍ਰੈਫਰਡ ਸੰਸਥਾ ਹੋਏਗੀ ਇਸ ਪ੍ਰੋਗਰਾਮ ਵਾਸਤੇ। 5 ਮਈ ਦੀ ਪ੍ਰੈਜੈਂਟੇਸ਼ਨ 'ਚ ਗੱਲ ਕੀਤੀ ਗਈ। ਬਿਲ ਮੋਰਨੋ ਨੇ ਕਿਹਾ ਕਿ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਮੌਜੂਦ ਨਹੀਂ ਸੀ। ਬਿਲਕੁਲ। ਤੇ ਉਸ ਤੋਂ ਬਾਅਦ ਵਿਜੇ 22 ਮਈ ਨੂੰ ਫਾਈਨਲ ਡਿਸੀਜਨ ਲਿਆ ਗਿਆ ਇਸ ਪ੍ਰੋਗਰਾਮ ਬਾਰੇ, ਤੇ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਟੂ ਦ ਕੈਬਨਿਟ। ਸੋ 22 ਮਈ ਨੂੰ ਕੈਬਨਿਟ ਨੂੰ ਪ੍ਰੈਜ਼ੈਂਟ ਕੀਤਾ। 3 ਜੂਨ ਨੂੰ ਬਿਲ ਮੋਰਨੋ ਨੇ ਕਿਹਾ ਕਿ ਮੈਂ ਫਾਈਨਲ ਅਪਰੂਵਲ ਤੇ ਫੰਡਿੰਗ ਡਿਸੀਜਨ ਇਸ ਪ੍ਰੋਗਰਾਮ ਵਾਸਤੇ ਉੱਤੇ ਹਰੀ ਝੰਡੀ ਦੇ ਦਿੱਤੀ। ਬਿਲਕੁਲ। ਸੋ 3 ਜੂਨ ਨੂੰ ਇਹ ਕੰਮ ਹੋਇਆ। ਹੁਣ ਤੁਸੀਂ ਇਹ ਵੇਖੋ ਕਿ ਇਸ ਟੈਸਟੀਮਨੀ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਜਿਹੜੀ ਆਉਂਦੀ ਆ, 9 ਅਪ੍ਰੈਲ ਵਾਲੀ ਜਿਹੜੀ ਪ੍ਰਪੋਜ਼ਲ ਸੀ ਉਹ ਵੀ ਚੈਰਿਟੀ ਨੇ ਆਪ ਨਹੀਂ ਸੀ ਭੇਜੀ, ਨੇਰੇ 'ਚ ਤੀਰ ਨਹੀਂ ਸੀ ਚਲਾਇਆ। ਉਹਨਾਂ ਨੂੰ ਦੱਸਿਆ ਗਿਆ ਸੀ ਵੀ ਆਹ ਨਿਸ਼ਾਨਾ ਜਰਾ ਇੱਥੇ ਤੁਸੀਂ ਲਾ ਕੇ ਦੇਖੋ, ਤੀਰ ਚਲਾ ਕੇ ਵੇਖੋ, ਅਗਲਿਆਂ ਨੇ ਭੇਜ ਦਿੱਤਾ। ਇਹ ਹੁਣ ਸਿੱਧਾ ਪਤਾ ਲੱਗ ਰਿਹਾ ਕਿ ਵੀ ਚੈਰਿਟੀ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਪਰਤਾਂ ਖੁੱਲ੍ਹ ਰਹੀਆਂ ਨੇ। ਹੁਣ ਪ੍ਰਧਾਨ ਮੰਤਰੀ ਦਾ ਇਸ ਗੱਲ ਵਾਸਤੇ ਮੰਨ ਜਾਣਾ ਕਿ ਉਹ ਵੀ ਪੇਸ਼ ਹੋਣਗੇ, ਉਹਨਾਂ ਦੀ ਚੀਫ ਆਫ ਸਟਾਫ ਕੇਟੀ ਟੈਲਫਰਡ ਵੀ ਫਾਈਨੈਂਸ ਕਮੇਟੀ ਮੂਹਰੇ ਪੇਸ਼ ਹੋਣਗੇ। ਜਿਹੜੀ ਹਾਊਸ ਆਫ ਕਾਮਨਸ ਦੀ ਐਥਿਕਸ ਕਮੇਟੀ ਆ, ਉਹਨਾਂ ਨੇ ਵੀ ਕੱਲ੍ਹ 6-5 ਦੇ ਫਰਕ ਨਾਲ ਵੋਟ ਪਾ ਕੇ ਇਸ ਮਤੇ ਨੂੰ ਪਾਸ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਉਹਨਾਂ ਮੂਹਰੇ ਵੀ ਪੇਸ਼ ਹੋਣ, ਉਹ ਵੀ ਤਲਬ ਕਰਨਾ ਚਾਹੁੰਦੇ ਨੇ। ਦੈਟ ਕਮੇਟੀ ਉੱਤੇ ਕੰਜ਼ਰਵੇਟਿਵਸ ਦੀ ਮੈਜੋਰਿਟੀ ਆ। ਯੈਸ। ਤੇ ਵਿਜੇ ਆਈ ਥਿੰਕ ਸਭ ਤੋਂ ਇੰਟਰਸਟਿੰਗ ਗੱਲ ਇੱਕ ਇਹਦੇ 'ਚ ਇਹ ਵੀ ਹੈ ਕਿ ਜਿਹੜਾ 9 ਅਪ੍ਰੈਲ ਨੂੰ ਅਸੀਂ ਕਿਹਾ ਕਿ 1 ਦਰਜਨ ਆਰਗੇਨਾਈਜੇਸ਼ਨਸ ਨੂੰ ਕਿਹਾ ਗਿਆ ਸੀ ਤੁਸੀਂ ਪ੍ਰਪੋਜ਼ਲ ਭੇਜੋ, ਤੇ ਵੀ ਚੈਰਿਟੀ ਦਾ ਹੀ ਤੀਰ ਕਿਉਂ ਚੱਲਿਆ? ਬਾਕੀ ਜਿਹੜੀਆਂ 11 ਆਰਗੇਨਾਈਜੇਸ਼ਨ ਸੀ
ਉਹਨਾਂ ਨੇ ਖਾਲੀ ਕਾਗਜ਼ ਤਾਂ ਭੇਜੇ ਨਹੀਂ ਹੋਣੇ, ਹਾਂ ਉਹਨਾਂ ਨੇ ਵੀ ਕੁਝ ਲਿਖ ਕੇ ਹੀ ਭੇਜਿਆ ਹੋਏਗਾ। ਜਾਂ ਫਿਰ ਵਾਸੂ ਗੱਲ ਇਹ ਨਹੀਂ ਆਈ ਵੀ ਹੋਰ ਕਿਸੇ ਨੇ ਪ੍ਰਪੋਜ਼ਲ ਭੇਜੀ ਵੀ ਕਿ ਨਹੀਂ, ਵੀ ਡੋਂਟ ਨੋ ਦੈਟ। ਗੱਲ ਇਹ ਹੈ ਕਿ ਜੇ ਪਹਿਲੀਆਂ ਆਰਗੇਨਾਈਜੇਸ਼ਨਸ ਨੂੰ ਕੰਟੈਕਟ ਕੀਤਾ ਗਿਆ ਤਾਂ ਕੀ ਫਿਰ ਉਹਨਾਂ ਨੂੰ ਬਾਅਦ ਚ ਦੱਸਿਆ ਗਿਆ ਵੀ ਓਕੇ ਪ੍ਰਪੋਜ਼ਲਾਂ ਭੇਜੋ? ਯੈਸ, ਤੇ ਬਾਅਦ ਵਿੱਚ ਜੇ ਉਹਨਾਂ ਨੇ ਪ੍ਰਪੋਜ਼ਲ ਭੇਜਿਆ ਵੀ ਤੇ ਉਹਨਾਂ ਨੂੰ ਵੀ ਫਿਰ ਇਦਾਂ ਫੋਨ ਬਾਰ-ਬਾਰ ਕਰਕੇ ਦੱਸਿਆ ਗਿਆ ਤੁਸੀਂ ਇਹਦੇ 'ਚ ਕੋਈ ਇਦਾਂ ਤਰਮੀਮ ਕਰਕੇ ਤੁਸੀਂ ਦੁਬਾਰਾ ਭੇਜੋ ਪ੍ਰਪੋਜ਼ਲ, ਕਿ ਉਹਨਾਂ ਨੂੰ ਵੀ ਦੂਸਰੀ ਸਬਮਿਸ਼ਨ ਦਾ ਮੌਕਾ ਦਿੱਤਾ ਗਿਆ? ਉਹਨਾਂ ਨੂੰ ਦਿੱਤਾ ਗਿਆ, ਕਿਉਂਕਿ ਪਹਿਲਾਂ ਵਿਜੇ ਸਰਕਾਰ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ ਹੈ ਇਸ ਤਰ੍ਹਾਂ ਕਿ 9 ਅਪ੍ਰੈਲ ਵਾਲਾ ਪ੍ਰਪੋਜ਼ਲ ਤੇ 21 ਅਪ੍ਰੈਲ ਵਾਲਾ ਪ੍ਰਪੋਜ਼ਲ, ਉਹ ਦੋਨੋਂ ਅੱਡ-ਅੱਡ ਪ੍ਰਪੋਜ਼ਲ ਸੀਗੇ, ਉਹਨਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਨਹੀਂ ਸੀ। ਐਂਡ ਇਟ ਆਲਮੋਸਟ ਫੈਲਟ ਲਾਈਕ ਕਿ ਜਿਹੜਾ ਇਹ ਸਾਰਾ ਆਈਡੀਆ ਸੀ ਵੀ ਇਹ ਆਈਡੀਆ ਤੇ ਕਿਉਂਕਿ ਅਨਸੋਲਿਸਿਟਡ ਇੱਕ ਪ੍ਰਪੋਜ਼ਲ ਆਈ 9 ਅਪ੍ਰੈਲ ਨੂੰ, ਉਸ ਤੋਂ ਬਾਅਦ ਲੱਗਿਆ ਹਾਂ ਯੂਥ ਵਾਸਤੇ ਕੁਝ ਕਰੀਏ। ਉਹ ਜਿਹੜਾ ਗ੍ਰੇ ਏਰੀਆ ਹੁਣ ਆਉਂਦੇ ਦਿਨਾਂ ਦੇ ਵਿੱਚ ਇੱਥੇ ਸਵਾਲ ਜ਼ਰੂਰ ਉੱਠਣਗੇ। ਸੋ ਇਟ ਵਿਲ ਰਿਮੇਨ ਟੂ ਬੀ ਸੀਨ ਵੀ ਇਹਦੇ ਵਿੱਚੋਂ ਹੋਰ ਕੀ ਕੁਝ ਬਣਦਾ। ਪਰ ਇਹ ਵੀ ਚੈਰਿਟੀ ਵਾਲਾ ਮੁੱਦਾ ਹੋਰ ਜ਼ਿਆਦਾ ਗੰਭੀਰ ਹੋਈ ਜਾਂਦਾ ਜਦੋਂ ਹੁਣ ਪ੍ਰਧਾਨ ਮੰਤਰੀ ਪੇਸ਼ ਹੋਣਗੇ। ਆਈ ਥਿੰਕ ਦੈਟ ਵਿਲ ਪ੍ਰੋਬਬਲੀ ਬੀ ਵਨ ਆਫ ਦ ਬਿਗੇਸਟ ਹੈਡਲਾਈਨਸ। ਉਹਨਾਂ ਨੂੰ ਦੱਸਣਾ ਚਾਹੀਦਾ ਵੀ ਜੇ ਕਦੋਂ ਹੋਣਗੇ। ਮੈਂ ਖਿਆਲ ਆ ਜਾਣੀ ਗੱਲ ਹੁਣ, ਕਿਉਂਕਿ ਜੇ ਮੰਨ ਗਏ ਨੇ, ਕਿਤੇ ਰਿਪੋਰਟ ਆ ਰਹੀ ਹੈ ਵੀ ਮੇ ਬੀ ਟਿਊਜ਼ਡੇ ਨੂੰ, ਪਰ ਟਿਊਜ਼ਡੇ ਹੀ ਵੀ ਚੈਰਿਟੀ ਦੇ ਜਿਹੜੇ ਦੋਨੇ ਕੋ ਫਾਊਂਡਰ ਬ੍ਰਦਰਸ ਨੇ, ਕੀਲਬਰਗਰ ਬ੍ਰਦਰਸ, ਉਹਨਾਂ ਦੀ ਪੇਸ਼ੀ ਆ। ਪਰ ਪ੍ਰਧਾਨ ਮੰਤਰੀ ਨੂੰ ਵਿਜੇ ਠੋਕ ਕੇ ਕਹਿਣਾ ਚਾਹੀਦਾ ਕਿ ਮੈਂ ਇੰਨੀ ਤਰੀਕ ਨੂੰ ਪੇਸ਼ ਹੋਊਂਗਾ, ਜਿਹੜਾ ਸਵਾਲ ਪੁੱਛਣਾ ਪੁੱਛੋ, ਸਾਫ਼ ਜਵਾਬ ਦਊਂਗਾ। Yeah, well, let's see what comes up.